ਰਾਹੁਲदेव जी वार्निंग 2 आई है हाँ और जी, हाँ। वार्निंग वाल ऑलरेडी ਯਾਰ ਇੱਕ ਤੇ ਮਾਫੀ ਚਾਹੁੰਦਾ ਮੈਂ ਤੁਹਾਨੂੰ, ਤੁਹਾਡੇ ਕੋਲੋਂ ਮਾਫੀ ਚਾਹੁੰਦਾ ਮੈਂ, ਸਪੈਸੀਫਿਕਲੀ ਤੁਹਾਡੇ ਕੋਲੋਂ ਮਾਫੀ ਚਾਹੁੰਦਾ। ਹਾਂਜੀ ਦੱਸੋ। दैट्स फाइन सो ਫਸਟ ਵੈਂਚਰ ਜਿਹੜਾ ਸੀਗਾ ਉਸਨੇ ਆਲਰੇਡੀ ਇੱਕ ਬੂਮ ਕ੍ਰੀਏਟ ਕੀਤਾ ਸੀ। ਹਾਂਜੀ, ਹਾਂਜੀ। ਸੋ ਸੈਕੰਡ ਦਾ ਤੁਸੀਂ ਪਾਰਟ ਬਣੇ ਹਾਂਜੀ। ਔਰ ਗਿੱਪੀ ਗਰੇਵਾਲ ਦੇ ਨਾਲ ਲੰਬੇ ਸਮੇਂ ਤੋਂ ਬਾਅਦ ਮਿਰਜ਼ਾ ਤੋਂ ਬਾਅਦ। ਹਾਂਜੀ ਹਾਂਜੀ। ਸੋ ਫਸਟ ਆਫ ਆਲ ਇਸ ਫਿਲਮ ਨੂੰ ਲੈ ਕੇ ਤੁਹਾਡੀ ਪਰਸਨਲ ਫੀਲਿੰਗ ਕੀ ਹੈ? ਯਾਰ ਇੱਕ ਤਾਂ ਮੈਂ ਬਹੁਤ ਖੁਸ਼ ਹਾਂ ਕਿ ਇੱਕ ਮੈਨੂੰ ਇਸ ਤਰ੍ਹਾਂ ਦੀ ਓਪਰਚੁਨਿਟੀ ਮਿਲੀ ਹੈ ਇੱਥੇ, ਹੈ ਨਾ। ਪਿਛਲੀ ਵਾਰੀ ਵੀ ਮਿਰਜ਼ਾ ਦਾ ਵੀ ਐਕਚੁਅਲੀ ਇਸ ਤਰ੍ਹਾਂ ਨਾ ਗਿੱਪੀ ਜੀ ਵੀ ਸੀਗੇ ਤੇ ਨਾਲੇ ਬਲਜੀਤ ਸਿੰਘ ਦਿਓ ਵੀ ਸੀ, ਉਹ ਮੇਰੇ ਡਾਇਰੈਕਟਰ ਸੀ ਉਸ ਟਾਈਮ, ਹੈ ਨਾ। ਤੇ creatively it was a good experience and there was a lot of love and affection on the set, a lot of warmth they gave me. Canada shooting ਕੀਤੀ ਸੀ ਅਸੀਂ ਤੇ I was made to, in fact Yo-Yo Honey, Yeah. you know, my first project with him also. ਤੇ ਬੜਾ ਮਜ਼ਾ ਆਇਆ ਸੀ ਯਾਰ, ਮੇਰੇ ਬੜੀ I have very happy memories of that project. Mandy Tucker became a big name. That was her first film, है ना, she was playing my sister. ਤੇ ਜਦ ਇਹਨਾਂ ਦਾ ਕਾਲ ਆਇਆ ਤੇ ਕਾਲ ਮੈਨੂੰ ਆਇਆ ਸੀ ਪ੍ਰਿੰਸ ਭਾਜੀ ਦਾ, ਤੇ ਉਹਨਾਂ ਦਾ ਵੀ ਇੱਕ ਬੈਕ ਹਿਸਟਰੀ ਹੈਗੀ। ਅਸੀਂ ਕੀਤਾ ਸੀ ਆਈ ਥਿੰਕ ਪੁੱਤ ਜੱਟਾਂ ਤੇ, ਹੈ ਨਾ, ਉਹ ਚੰਗੀ ਚੱਲ ਗਈ ਸੀ ਪਿਕਚਰ ਤੇ ਉਹਦੇ ਰਾਈਟਰ ਪ੍ਰਿੰਸ ਭਾਜੀ ਸੀਗੇ। ਤੇ ਨਰੇਸ਼ਨ ਵਿੱਚ ਮੈਂ ਪਹਿਲੇ ਹੀ ਆਲਰੇਡੀ ਦੱਸ ਚੁੱਕੇ ਹਾਂ ਆਪਣਾ ਪ੍ਰੈਸ ਕਾਨਫਰੰਸ ਵੀ ਕਿ ਸਾਡੀ ਨਾ ਗੱਡੀ ਚੱਲ ਰਹੀ ਸੀ, ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਤੇ ਇੱਕ ਸਾਊਂਡ ਡਿਸਟਰਬੈਂਸ ਹੁੰਦਾ ਸੀ, ਇੱਕ ਬੰਬੇ ਦਾ ਟ੍ਰੈਫਿਕ, ਲੋਟ ਆਫ ਲਾਈਟਸ, ਲੋਟ ਆਫ ਟੈਂ ਟੈਂ ਟੀ ਟੀ ਟੂ ਟੂ ਸਾਊਂਡਸ ਆਫ ਦਾ ਹੌਰਨਸ, ਕੈਕੋਫਨੀ। ਤੇ ਉਹਦੇ ਵਿਚਕਾਰ ਪਹਿਲੀ ਵਾਰੀ ਉਹਨਾਂ ਦਾ ਫੋਨ ਆਇਆ, ਤਦ ਵੀ ਮੈਂ ਗੱਡੀ, ਦੂਜੀ ਵਾਰੀ ਆ ਗਿਆ। ਮੈਂ ਕਿਹਾ ਯਾਰ ਇਹਨਾਂ ਨੂੰ ਐ ਨਾ ਲੱਗੇ ਕਿ ਬਈ ਮੈਂ ਹਾਲੇ ਵੀ ਗੱਡੀ 'ਚ ਚੱਲ ਰਿਹਾ ਜਾਂ ਕੋਈ ਬਹਾਨੇਬਾਜ਼ੀ ਹੋ ਰਹੀ ਹੈ। ਮੈਂ ਕਿਹਾ ਹੁਣ ਸੁਣਾਓ। ਤੇ ਉਹਨਾਂ ਨੇ ਸੁਣਾਇਆ, ਅੱਧੀ ਗੱਲਾਂ ਮੈਨੂੰ ਸਮਝ ਆਈਆਂ, ਅੱਧੀ ਗੱਲਾਂ ਨਹੀਂ ਸਮਝ ਆਈਆਂ। ਮੈਂ ਕਿਹਾ ਯਾਰ ਮੈਂ ਕਰ ਰਿਹਾ ਪਿਕਚਰ ਤੇ। ਇਹਨਾਂ ਨੇ ਕਿਹਾ ਵੀ ਇਹਨਾਂ ਦੀ ਫਿਲਮ ਹੈ ਤੇ ਗਿੱਪੀ ਭਾਜੀ ਵੀ ਹੈ ਇਨਵੋਲਵਡ ਤੇ ਬਲਜੀਤ ਸਿੰਘ। ਮੈਂ ਕਿਹਾ ਵੀ ਆਰ ਡੂਇੰਗ ਦ ਫਿਲਮ ਐਂਡ ਦੈਨ ਵੈਂਟ ਔਨ ਦ ਸੈਟ ਐਂਡ ਸੈਟ ਤੇ ਜਾ ਕੇ ਮੈਨੂੰ ਪ੍ਰੋਪਰ ਸਮਝਾਇਆ ਗਿਆ ਕਿ ਵੀ ਇਸ ਤਰ੍ਹਾਂ ਹੈ। ਦੈਨ ਵਾਟ ਵਾਜ਼ ਮੇਰੀ ਆਬਜ਼ਰਵੇਸ਼ਨ ਇਹ ਹੋ ਕਿ ਯਾਰ 17 ਮਿੰਟ ਦਾ ਇੱਕ ਸੌਫਟਵੇਅਰ ਤੁਸੀਂ ਬਣਾਇਆ ਹੈ YouTube ਵਾਸਤੇ, ਉਹ ਇੰਨਾ ਜ਼ਿਆਦਾ ਪਸੰਦ ਆਇਆ ਲੋਕਾਂ ਨੂੰ। ਇਟ ਗੋਜ਼ ਅ ਲੌਂਗ ਵੇ in terms of respect for the director and the producer ਕਿ ਯਾਰ from that software, in fact more to the producer because director ਨੂੰ ਵੀ ਇਹਨਾਂ ਨੇ opportunity ਦਿੱਤੀ ਹੈ ਨਾ ਅਮਰ ਹੋਂਡਲ ਜੀ ਨੂੰ। ਤੇ ਕਿ ਯਾਰ ਇੱਕ ਇੰਨਾ ਵੱਡਾ ਰਿਸਕ ਕਿ 17 ਮਿੰਟ ਸਾਰੀ ਦੁਨੀਆ ਦੇਖ ਚੁੱਕੀ ਹੈ YouTube 'ਚ, ਬਿਲਕੁਲ ਕਲੀਅਰ ਫਿਗਰਸ ਆਏ ਨੇ, ਇਟਸ ਬੀਨ ਵੈਰੀ ਵੈਲ ਵਾਸ਼ਡ ਐਂਡ ਯੂ ਵਿਲ ਇਨਕਲੂਡ all 17 minutes in the film। ਬਹੁਤ ਰੇਅਰ ਹੁੰਦਾ ਇਸ ਤਰ੍ਹਾਂ, ਮਤਲਬ I don't know of any other incident, I am only 142 films old ਤੇ I don't know of any other story or real life incident ਕਿ ਇਸ ਤਰ੍ਹਾਂ ਦਾ ਕੁਝ ਹੋਇਆ ਹੋਏ। ਤੇ that way it's pretty historical and I have a lot of respect for him ਕਿ 17 ਮਿੰਟ and then going ahead with the same hero who has never really been a hero before and is a fantastic actor। ਆਪਣਾ ਪ੍ਰਿੰਸ ਭਾਜੀ ਦੀ ਮੈਂ ਗੱਲ ਕਰਾਂ, ਟਾਈਮਿੰਗ ਹੀ ਥੋੜੀ ਅਨਕੈਨੀ ਹੈ ਤੇ I was very very happy to be a part of it। I was more than happy, ਬੜੀ ਖੁਸ਼ੀ ਹੋਈ ਉਹ ਸੁਣ ਕੇ ਉਸ ਦੇ ਬਾਰੇ 'ਚ। ਤੇ I've tried my sincerest best to perform Ranjit, which is the character given to me, which is that of a cop। ਤੇ ਉਹਦੀ ਬੇਸਿਕਲੀ ਰਿਸਪੌਂਸਿਬਿਲਿਟੀ ਇਹੀ ਹੋਇਆ ਕਿ ਵੀ ਇਹ ਜਿੰਨੇ ਵੀ ਹਾਰਡਨ ਕ੍ਰਿਮੀਨਲਸ ਨੇ ਇਹਨਾਂ ਨੂੰ ਇੱਕ ਥਾਂ ਤੋਂ, ਇੱਕ ਜੇਲ੍ਹ ਤੋਂ ਲੈ ਕੇ ਨਾ ਦੂਜੀ ਜੇਲ੍ਹ ਤੇ ਲੈ ਕੇ ਜਾਣਾ, ਟ੍ਰਾਂਸਫਰ ਕਰਨਾ। ਇਨ ਟਰਮਸ ਆਫ ਰਿਲੇਸ਼ਨਸ਼ਿਪਸ ਵਿਦ ਈਚ ਆਫ ਦ ਕ੍ਰਿਮੀਨਲਸ ਉਹਦਾ ਇੱਕ ਪਾਸਟ ਹੈਗਾ ਹੈ ਗੇਜਾ ਨਾਲ, ਜਿਹੜਾ ਆਪਣਾ ਗਿੱਪੀ ਭਾਜੀ ਕਹਿ ਰਹੇ ਪਲੇ ਕਰ ਰਹੇ ਨੇ। ਤੇ ਉਹ ਪਾਸਟ ਕੀ ਹੈ ਉਹ ਵੈਨ ਯੂ ਵਾਚ ਦ ਫਿਲਮ ਥੋੜ੍ਹਾ ਜਿਹਾ ਤੁਹਾਨੂੰ ਕਲੈਰੀਫਾਈ ਹੋਏਗਾ ਉਹਦਾ। ਤੇ ਉਹ ਈਟ ਪੱਥਰ ਦਾ ਕੀ ਚੱਕਰ ਹੈ ਉੱਥੇ ਜਾ ਕੇ ਥੋੜਾ ਕਲੈਰੀਫਾਈ ਹੋਗਾ ਐਂਡ ਵਾਈ ਦੈਟ ਇੰਟੈਂਸਿਟੀ ਬਿਟਵੀਨ ਦ ਟੂ। ਬਟ ਇਫ ਆਈ ਸੇ ਯਿੰਗ ਐਂਡ ਯੰਗ, ਯੂ ਨੋ, ਹੈਡਸ ਐਂਡ ਟੇਲਸ ਆਫ ਦ ਸੇਮ ਕੋਇਨ। ਇੱਕ ਸਾਡਾ ਕੈਰੈਕਟਰ ਬਹੁਤ ਵਰਬੋਸ ਹੈ, ਡਾਇਲੋਗਬਾਜ਼ੀ ਐਂਡ ਐਂਟਰਟੇਨਿੰਗ, ਉਹ ਹੈ ਪੰਮਾ, ਜਿਹੜਾ ਵਾਰਨਿੰਗ 1 ਦਾ ਵੀ ਬਹੁਤ ਵੱਡਾ ਹਿੱਸਾ ਸੀ। ਉਹਦੇ ਅੰਦਰ ਇੰਟਰੋਡਿਊਸ ਹੋ ਗਈ ਸਾਇਲੈਂਸ ਦੈਟ ਕੇਮ ਇਨ ਦ ਫਾਰਮ ਆਫ ਗੇਜਾ। ਇਹਦੀ ਲਾਈਨ ਹੀ ਨਹੀਂ ਹੈ ਕੋਈ, ਬਟ ਯੈਟ ਵੈਨ ਯੂ ਸੀ ਦ ਟ੍ਰੇਲਰ, the end of the trailer when you see, you know, the leading girl scream out when she sees something, yes, and it's a totally different flavor to the Geja who's having all these marks and is looking like a criminal inside a jail. You see a clean cut Geja and then he also suddenly looks at what she's seeing and he also screams out. And they run towards it in a lot of anxiousness. What is the ambiguity? Right. So I love that kind of storytelling where you really can't tell कि किस पासे ਨੂੰ story जाएगी
इट्स नॉट लीनियर कि ये शुरुआत है ये एंड है, कहानी किसी भी वे में आप बोल सकते ਜੀ हैं। ਰਾਹੁਲ ਜੀ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ ਸੀ, ਸੌਰੀ ਟੂ ਇੰਟਰਰਪਟ ਯੂ। ਜਿਵੇਂ ਕਿ ਤੁਹਾਡਾ ਜਿਹੜਾ ਕੈਰੈਕਟਰ ਹੈ ਕੌਪ ਦਾ ਕੈਰੈਕਟਰ, ਉਹ ਤੁਸੀਂ ਦੇਖ ਰਹੇ ਕਿ ਫਿਟ ਐਂਡ ਫਾਈਨ ਕੌਪ, ਅਸੀਂ ਇਦਾਂ ਦਾ ਕੌਪ ਦੇਖ ਰਹੇ ਹਾਂ ਜਿਹੜਾ ਕਿ ਮਸਕੂਲਰ ਵੀ ਹੈ ਔਰ ਬਹੁਤ ਜ਼ਿਆਦਾ ਫੋਕਸਡ ਹੈ ਆਪਣੇ ਏਮ ਦੇ ਉੱਤੇ। ਜਿਵੇਂ ਕਿ ਤੁਸੀਂ ਇੱਕ ਗੇਜਾ ਨੂੰ ਡਾਇਲੋਗ ਬੋਲਦੇ ਹੋ ਕਿ ਇਸ ਵਾਰ ਗੋਲੀ ਲੱਤ ਦੇ ਵਿੱਚ ਨਹੀਂ ਵੱਜੂਗੀ, जी जी जी। ਸੋ ਉਸ ਕੌਪ ਦੀ ਮੈਂਟੈਲਿਟੀ ਕੀ ਹੈ? ਫਿਰ ਉਹ ਜਿਸ ਤਰ੍ਹਾਂ ਇੱਕ ਕੈਰੈਕਟਰ ਨੇ ਉਹਦੇ ਵਿੱਚ ਇੱਕ ਐਕਟਰ ਨੇ ਕਿਹਾ ਨਾ ਕਿ ਇਸ ਤਰ੍ਹਾਂ ਦੀ ਰਿਸਪੌਂਸਿਬਿਲਿਟੀ ਇੱਕੋ ਹੀ ਆਦਮੀ ਲੈ ਸਕਦਾ ਹੈ। ਉਹ ਕੌਪ ਸੀ ਇੱਕ ਤੇ ਰੀਅਲ ਲਾਈਫ ਕੌਪ ਹੁੰਦਾ ਹੈ ਨਾ, ਜਿਸ ਤਰ੍ਹਾਂ ਮੇਰੇ ਫਾਦਰ ਸਾਹਿਬ ਵਾਸ ਅ ਰੀਅਲ ਲਾਈਫ ਕੌਪ, ਉਹਨਾਂ ਨੇ ਗੈਲੰਟਰੀ ਅਵਾਰਡ ਲਿੱਤਾ ਹੈ ਫਰੋਮ ਦ ਪ੍ਰੈਜ਼ੀਡੈਂਟ ਆਫ ਦ ਕੰਟਰੀ and it was on the 26th of Jan, Republic Day of the country, at the parade. ਤੇ ਉਹ ਹੋ ਗਈ ਰੀਅਲ ਲਾਈਫ ਵਿੱਚ ਮੈਨੂੰ ਇਹ ਪਤਾ ਕਿ ਯਾਰ ਕਦੀ ਵੀ ਕੋਈ ਸੰਡੇ ਮੈਂ ਫਾਦਰ ਸਾਹਿਬ ਨੂੰ ਮਿਲਿਆ ਨਹੀਂ। ਇੱਕ ਹੁੰਦਾ ਰੀਅਲ ਲਾਈਫ ਉਹ ਹੁੰਦੀ ਹੈ ਕਿ ਜਿਹੜੀ ਅਸੀਂ ਜਿਹਦਾ ਅਸੀਂ ਹਿੱਸਾ ਹੈਗੇ, ਤੇ ਇਨ ਦਿਸ ਪਾਰਟਿਕੂਲਰ ਫਿਲਮ ਉਹ ਲਾਰਜਰ ਦੈਨ ਲਾਈਫ ਕੌਪ ਹੈ ਕਿ ਜਿੰਨਾ ਇੰਨਾ ਕੇਪੇਬਲ ਦਿਖਾਇਆ ਕਿ ਬਈ ਇੰਨਾ ਡ੍ਰੈਡਡ ਹੈ ਕਿ ਯਾਰ ਇਹ ਘਬਰਾਏ ਨੇ, ਇੰਨੇ ਹਾਰਡਨ ਲੋਕ ਘਬਰਾਏ ਨੇ ਉਹਦੇ ਕੋਲੋਂ। ਤੇ basically is that, so I am carrying that forward, that is the one line given to me, ਉਹਨੂੰ interpret ਕਰਨਾ ਹੈ and ਉਹਦੇ ਹਿਸਾਬ ਨਾਲ ਤੁਸੀਂ perform ਕਰਨਾ ਹੈ। ਤਾਂ ਹੀ that intensity between him and Geja in and outside of the jail, in and outside of the jail bars, ਤੇ that's why they carry that kind of intensity because of the back history behind them. ਰਾਹੁਲ ਜੀ ਤੁਹਾਨੂੰ ਤੁਸੀਂ ਅਵਾਰਡਸ ਦੀ ਗੱਲ ਕੀਤੀ, ਆਪਣੇ ਫਾਦਰ ਦੀ ਗੈਲੰਟਰੀ ਅਵਾਰਡਸ ਦੀ ਗੱਲ ਕੀਤੀ। ਜੀ। ਤੁਹਾਨੂੰ ਫਿਲਮਫੇਅਰ ਅਵਾਰਡਸ ਮਿਲੇ ਸੀਗੇ, ਤੁਸੀਂ ਮਾਡਲ ਰਹਿ ਚੁੱਕੇ ਹੋ। ਮਾਡਲ ਬਹੁਤ ਸੌਫਟ ਹੁੰਦਾ ਹੈ ਇੱਕ ਤਰੀਕੇ ਦੇ ਨਾਲ, ਕਿਉਂਕਿ ਮਾਡਲਿੰਗ ਇਜ਼ ਅ ਵੈਰੀ ਰੈਂਪ ਵਾਕ ਇਜ਼ ਅ ਵੈਰੀ ਸੌਫਟ ਕਾਈਂਡ ਆਫ ਥਿੰਗ, ਇਟਸ ਅ ਵੈਰੀ ਡਿਫਰੈਂਟ ਪ੍ਰੋਫੈਸ਼ਨ ਔਨ ਟੂ ਲਾਈਨਸ। ਉਹਦੇ ਨਾਲ ਤੁਸੀਂ ਇੱਕਦਮ ਵਿਲਨਸ ਦੇ ਵਿੱਚ ਆਏ ਔਰ ਬਹੁਤ ਸਾਰੀ ਡਿਫਰੈਂਟ ਫਿਲਮਸ ਦੇ ਵਿੱਚ ਕੰਮ ਕੀਤੇ, ਭੋਜਪੁਰੀ, ਮਰਾਠੀ, ਪੰਜਾਬੀ, ਇੰਗਲਿਸ਼, ਬਹੁਤ ਸਾਰੀ ਲੈਂਗੁਏਜਸ ਦੇ ਵਿੱਚ, ਉਹਦੇ ਨਾਲ ਪੰਜਾਬੀ ਦੇ ਵਿੱਚ ਵੀ। ਤੇ ਇਹ ਟ੍ਰਾਂਸਫਰਮੇਸ਼ਨ ਬਹੁਤ ਡਿਫਰੈਂਟ ਹੈਗੀ ਹੈ ਬਿਕਾਜ਼ ਯੂ ਆਰ ਫਿਟ ਐਂਡ ਫਾਈਨ ਐਂਡ ਡਬਿੰਗ ਕੋਪ ਦੇ ਵਿੱਚ ਤੁਹਾਡੀ ਫੋਟੋ ਦੇਖ ਰਹੀ ਹਾਂ ਤਾਂ ਫੈਂਟੈਸਟਿਕ ਹੈ। ਤੇ ਸਵਾਲ ਕੀ ਹੈ ਮੈਮ? ਸਵਾਲ ਇਹ ਹੈ ਕਿ ਟ੍ਰਾਂਸਫਰਮੇਸ਼ਨ, The transition you mean? is that difficult to you were a very soft model as a walk ramp ਤੇ walk ਕਰਨ ਵਾਲਾ ਇੱਕ ਬਹੁਤ soft ਹੁੰਦਾ ਹੈ ਇੱਕ model। ਮੈਮ ਜ਼ਰੂਰੀ ਨਹੀਂ ਹੈ ਕਿ ਰੈਂਪ ਵਿੱਚ ਵਾਕ ਕਰਨ ਵਾਲਾ ਸੌਫਟ ਹੈ। ਰੈਂਪ ਵਿੱਚ ਵਾਕ ਕਰਨਾ ਇੱਕ ਕੰਮ ਹੋਰ ਹੈ। ਉਹਦਾ ਜੌਬ ਪ੍ਰੋਫਾਈਲ ਇਹ ਹੈ ਕਿ ਜਿਹੜੇ ਹੀਰੋ ਹੁੰਦਾ ਨਾ ਰੈਂਪ ਦੇ ਉੱਤੇ, ਉਹ ਹੁੰਦਾ ਕੱਪੜੇ, ਤੇ ਉਹਦਾ ਕੰਮ ਹੁੰਦਾ ਕਿ ਉਹਨਾਂ ਕੱਪੜਿਆਂ ਨੂੰ ਟੂ ਦ ਬੈਸਟ ਆਫ ਹਿਸ ਐਬਿਲਿਟੀ ਐਕਸਪ੍ਰੈਸ ਕਰਨਾ ਹੈ ਨਾ। ਯੂ ਆਰ ਕੈਰਿੰਗ ਸਮਬਡੀਜ਼ ਐਕਸਪ੍ਰੈਸ਼ਨ। ਉਹ somebody कौन है, डिज़ाइनर है या कोई ब्रांड है, उन्हें एक अटायर बनाया है। अगर वो ब्रांड नहीं है तो नॉर्मली इट विल बी लाइक अ cologne or something, you know, to do with men, or it will be like a jewelry show where just one man is being used or two people are being used as men, बाकी सब कुड़ियाँ हैगी हैं। correct। ते depending on what your job is, you have to perform it to the most sincerest way। ਐਂਡ ਜਦ ਮੈਂ ਆਇਆ ਸੀ ਫਿਲਮਾਂ 'ਚ ਮੈਂ ਗੱਲ ਕਰਾਂ ਤੇ ਮੋਡਲਸ ਵਰ ਸਪੋਜ਼ਡ ਟੂ ਬੀ ਵੈਰੀ ਵੈਰੀ ਬੈਡ ਐਕਟਰਸ, ਸੋ ਦੈਟ ਵਾਸ ਦ ਪ੍ਰੈਸ਼ਰ ਵਿਚ ਵੇਡ ਔਨ ਮਾਈ ਹੈਡ ਐਟ ਦੈਟ ਟਾਈਮ, ਬਿਕੋਜ਼ ਜਿਹੜੇ ਵੀ ਮੇਰੇ ਸੀਨੀਅਰ ਸੀਗੇ, ਜੇ ਮੈਂ ਗੱਲ ਕਰਾਂ ਦੀਪਕ ਮਲਹੋਤਰਾ ਸਾਹਿਬ ਦੀ, ਹੀ ਵਾਸ ਅ ਵੈਰੀ ਵੈਰੀ ਸਕਸੈਸਫੁਲ ਮੋਡਲ, ਵਿਮਲ ਦੇ ਮੋਡਲ ਸੀਗੇ, ਮਗਰ ਉਹ ਲੰਮੇ ਇੱਕ ਫਿਲਮ ਆਈ ਸੀ ਤੇ ਉਹਨਾਂ ਨੇ ਇੱਕੋ ਹੀ ਵਰਡ ਕਿਹਾ ਸੀ ਸ਼੍ਰੀਦੇਵੀ ਜੀ ਨੂੰ ਕਿ ਬਈ ਪੱਲੋ, ਐਂਡ ਦ ਐਂਟਾਇਰ ਆਡੀਅੰਸ ਸਟਾਰਟਡ ਲਾਫਿੰਗ। ਬਟ the late Yash Chopra Saab, who was the director of the film, had already heard that voice. So, and any medium I find is, especially the film medium, is an expression of first, ਜਿਹੜਾ writer ਹੁੰਦਾ ਹੈ, ਕਿਉਂ? ਕਿਉਂਕਿ ਕਹਾਣੀ ਉਹ ਲਿਖਦਾ ਹੈ। Second, the director. Why? Because then ਉਹ express ਕਰਦਾ ਹੈ ਕਹਾਣੀ ਨੂੰ ਆਪਣੇ ਸਟਾਈਲ ਨਾਲ, ਆਪਣੇ visually, ਜਿਹੜਾ ਵੀ ਉਹ ਸੋਚਦਾ ਕਿ ਯਾਰ let me interpret it this way. Of course there will be other people who you will assign along with the producer, कि you will take a cinematographer ਜਿਹੜਾ ਉਹਨੂੰ capture ਕਰੇਗਾ, you take a sound design guy ਜਿਹੜਾ ਉਹਨੂੰ sound ਦੇਗਾ, then there will be somebody who will do a background score, which again the director would feel कि यार I am more comfortable in romantic film है, इस किस्म का sound design होना चाहिए। या रामू जी की फिल्में होती हैं उसका डिज़ाइन अलग होता है, सरकार का कोई भी हो तो उसको समझ में आता ही है कि क्या दिखा रहा है और कैसे बना रहा है। तो मुझे ऐसा उस वक्त लगता था कि यार ये ट्रांजिशन की मैं अगर बात करूँ कि यार ये लोग उतना अच्छा नहीं कर पाए, अगर मैं इन्हें एनालाइज करूँ तो शायद इनकी प्रेपरेशन सही नहीं रही है, क्योंकि हम लोग एक्टिंग स्कूल से तो गए नहीं थे। मैं तो गया था, एक इंजीनियरिंग था और वही 3 इडियट्स वाली कहानी है, एक मध्य वर्ग से हूँ
And because you're from a middle class, again, education becomes important. In that time, a population of 85-90 crores, today, which is 135 crores, or even little larger than that. ਤੇ ਇਹ ਹੁੰਦਾ ਸੀ ਕਿ ਬਈ ਜੌਬ ਨਹੀਂ ਕਰੋਗੇ, ਇੰਜੀਨੀਅਰਿੰਗ ਦੇ ਬਾਅਦ ਜੌਬ ਨਹੀਂ ਮਿਲੇਗਾ। ਤੇ I was as diligent as possible. My first job was Telco, Tata की कंपनी है, बड़ी है, इंजीनियर में के लिए अच्छी कंपनी मानी जाती है। तो within 3 months of that, thanks to the genes I was carrying, my father's genes, उनका चेहरा है कि भाई I got Raymond's the complete man. I resigned, and it was my first paycheck financially. Because you know, when you're in a middle class family, you see your parents both working, they're working for salaries, and you know, हर टाइम यू नो एक जो स्कूल बस से जाना, स्कूल बस अगर मिस हो गई तो तुसी अपना DTC बस से जाओगे, तो यू नो दोज थिंग्स यू मिस। सो आई वाज वेरी क्लियर इन वन थिंग, दैट जो भी मैं करा इस तरह का कुछ करा कि यार इफ गॉड ग्रेसेस मी, सो इस तरह का करा कि मनी शुड नॉट बी एन इशू फॉर मी और से पीपल कनेक्टेड टू मी लेटर इन लाइफ। से गॉड वाज काइंड, मोर देन काइंड। इंटेलेक्चुअल राहुल, जिस तरह ਤੁਸੀਂ ਆਪਣੀ ਇੰਜੀਨੀਅਰਿੰਗ ਦੀ ਗੱਲ ਕੀਤੀ, ਆਪਣੀ ਸਕੂਲਿੰਗ ਦੀ ਗੱਲ ਕੀਤੀ, मैम इंटेलेक्चुअल इज नॉट रिस्ट्रिक्टेड टू, नहीं मैम नहीं, समझो मैम, समझो। माय क्वेश्चन इज कि ਉਹਦੇ ਸਭ ਦੇ ਬਾਅਦ ਯੂ ਆਰ ਵੈਰੀ ਸੌਫਟ ਪਰਸਨ, ਤੁਹਾਡੀ ਪੇਸ਼ੈਂਸ ਅੱਜ ਅਸੀਂ ਦੇਖੀ ਬਹੁਤ ਜ਼ਿਆਦਾ ਪੇਸ਼ੈਂਸ ਹੈ, ਸਾਰੇ ਮੀਡੀਆ ਨੂੰ ਕੇਟਰ ਕੀਤਾ ਤੁਸੀਂ, ਸਾਨੂੰ ਅੱਛੀ ਤਰ੍ਹਾਂ ਜਵਾਬ ਦਿੱਤੇ। ਉਹਦੇ ਨਾਲ ਜਿਹੜਾ ਤੁਹਾਡਾ ਕਰੈਕਟਰ ਹੈਗਾ ਖਾਸ ਕਰਕੇ ਕੂਪ ਵਾਲਾ, ਇਹ ਕਿੰਨਾ ਕੁ ਇਹ ਬਹੁਤ ਇੰਟੈਂਸ ਹੈ, ਦੋ ਡਿਫਰੈਂਟ ਥਿੰਗਸ ਦੇ, ਕਿੰਨਾ ਕੁ ਔਖਾ ਹੁੰਦਾ ਹੈ ਇੱਕ ਐਕਟਰ ਨੂੰ ਜਾਂ ਇੱਕ ਤੁਹਾਡੇ ਵਰਗੇ ਪਰਸਨ ਨੂੰ ਦੁਬਾਰਾ ਤੋਂ ਉਸ ਸ਼ਿਫਟ ਹੋਣਾ ਆਪਣੇ ਆਪ ਨੂੰ, ਬਹੁਤ ਇੰਟੈਂਸ ਹੈ ਕਰੈਕਟਰ। ਤੁਹਾਡੀ ਆਈਜ਼ ਦੇਖ ਰਹੀ ਹਾਂ ਮੈਂ ਪਿੱਛੇ। मैम बेसिकली कोई कैरेक्टर या किसी भी चीज़ वास्ते ना, आई थिंक पहला कोई किस्म की ट्रेनिंग बहुत ज़रूरी है। कोई वो इंटेलेक्ट दी मैं वाई वाज कटिंग यू दैट टाइम वाज कि इंटेलेक्ट डज नॉट मीन ओनली एकेडमिक लर्निंग इन अ सर्टन वे। Cinema has another kind of academic learning. I think Tripathi Saab today, or say Nawaz Bhai today, or say Anurag Bhai today, all these guys are very, very intellectually strong people also, because they're interpreting what is required of them and then expressing it. But oh, ਤੁਸੀਂ ਕੀ ਕਰੋਗੇ ਪਹਿਲਾਂ, you have to be like a sponge, absorb, you know, absorb as much कि की character है, what is the director asking you of, you know, so that requires intellect. Then feel it, महसूस करो एक situation में, and then फिर उस situation ਨੂੰ express करो. That also requires a certain amount of strength, but that is also a faculty which can be trained. वो कद कितने train करोगे acting school. So I was very lucky. My first film director was the late Mukulanand Saab. He had given the country Hum, Khuda Gawah, Agnipat. They were all with the legendary Bachchan Saab, and they were all successes. He's a National Award winner also, and he's also a Filmfare awardee for all the 3 films. And I've been very, very lucky to have worked with my 142 films with some 29 National Award winners, including Mr. Rajamouli, Simadri. I got a state award for it in Telugu. I was very lucky to have been in an acting class with Mr. Paintal Saab, who's one of the largest exponents of pantomime in the country. तो उत्थे मैंने ये पता लगा कि यार मैं हैगा तो दिल्ली तो, एंड भी पंजाबी, इससे चलो यार पंजाबी में बोल सकते हैं, एटलीस्ट शहरी पंजाबी में बोल सकते हैं, हिंदी में बोल सकते हैं, बिकॉज ऑफ माई फादर साहब स्ट्रेंथ इन उर्दू आई कैन एक्सप्रेस उर्दू. Because of the schooling I had, St. Columbus, I'm pretty comfortable in English. So that is 4 languages. But I've never heard Telugu, I've never heard Tamil, I have not spoken Kannada, you know, I have not spoken Malayalam. But that one pantomime class with my teacher, Paintal Saab, which was mime, ਉਹਦੀ ਵਿੱਚ ਕਲਾਸ ਹੀ ਐਸੀ ਕਿ 22 ਬੱਚੇ ਹੈਗੇ ਕਲਾਸ ਵਿੱਚ ਐਕਟਿੰਗ ਸਕੂਲ ਵਿੱਚ, where the late Mukulanand ji put me to train as an actor. And I took that training simply because when I watched my seniors fail as models trying to be acting, I figured out कि यार voice is important. Today I am told कि यार आवाज़ थोड़ी ठीक ठाक है. Today I am told your diction ठीक ठाक है, because diction again became okay क्योंकि दिल्ली तो हैगा मैं, because of my father साहब. And तो फिर मैंने लगा कि यार when you read poetry, when you read prose, when you read even English poetry, एक उदा when I see Bachchan Saab, you hear his English, it's flawless. When you hear his Hindi, that is flawless. When you hear him speak in Punjabi, again he's lucky to have Sikh roots also because of his mother. It's fantastic. So you know, again language, because the expression is audio visual. एक तो visual है, एक audio है. ਜਿਹੜਾ audio ਜਿਹੜਾ ਵੀ ਮੈਂ ਇਸ ਇੰਟਰਵਿਊ 'ਚ ਤੁਹਾਨੂੰ ਟ੍ਰਾਂਸਫਰ ਕਰ ਰਹੇ ਹਾਂ, that is audio. Intellect ਇੱਥੇ assessing your question and trying to answer it to my best ability.
पेशेंटली दैट्स ऑल मैम ते इन्ना ही है बस you have ਓਕੇ to feel. ਲਾਸਟ ਕੁਐਸਚਨ ਹੈ ਰਾਹੁਲ ਅੱਛਾ ਤੁਹਾਡਾ ਓਕੇ ਰਾਹੁਲ ਸਰ ਇਹ ਚੀਜ਼ ਹੈ ਕਿ ਪੰਜਾਬੀ ਸਿਨੇਮਾ ਜਿਵੇਂ ਹੁਣ ਇਹ ਹੋ ਗਿਆ ਸੀ ਬੈਕ ਟੂ ਬੈਕ ਜਿਹੜੀਆਂ ਕਾਮੇਡੀ ਫਿਲਮਾਂ ਸੀਗੀਆਂ ਜੀ, ਜੀ। ਸੋ ਕਾਮੇਡੀ ਫਿਲਮਾਂ ਦੇ ਵਿੱਚ ਆਫ ਕੋਰਸ ਅਸੀਂ ਥੋੜਾ ਸਾਨੂੰ ਸ਼ਾਇਦ ਇਹ ਦੇਖਣਾ ਅਜੀਬ ਲੱਗਦਾ ਕਿ ਰਾਹੁਲ ਸਾਹਿਬ ਕਾਮੇਡੀ ਕਰ ਰਹੇ ਨੇ ਆਈ ਡੋਨਟ ਨੋ ਤੁਸੀਂ ਬੈਟਰ ਆਨਸਰ ਦੇ ਸਕਦੇ ਹੋ ਕਿ ਜੀ, ਜੀ। ਜੇ ਤੁਸੀਂ ਕਾਮੇਡੀ ਕਰੋ ਤਾਂ ਜੀ। ਕੀ ਕਿੰਨਾ ਤੁਸੀਂ ਉਸ ਦੇ ਲਈ ਵਿਲਿੰਗ ਹੋ ਬਟ ਐਕਚੁਅਲ ਵਿੱਚ ਇਹ ਜਗ੍ਹਾ ਬਣੀ ਜਦੋਂ ਅਸੀਂ ਮਿਰਜ਼ਾ ਦੀ ਗੱਲ ਕਰ ਰਹੇ ਸੀ ਕਿ ਤੁਹਾਨੂੰ ਕੀ ਲੱਗਦਾ ਉਹ ਫਿਲਮ ਟਾਈਮ ਤੋਂ ਪਹਿਲਾਂ ਆ ਗਈ ਸੀ ਕਿ ਹੁਣ ਅੱਜ ਵਾਰਨਿੰਗ ਵੀ ਐਕਸੈਪਟ ਹੋ ਰਹੀ ਹੈ ਬਟ ਉਹ ਨਹੀਂ ਐਕਸੈਪਟ ਕਰ ਪਾਈ ਸੀ ਆਡੀਅנס ਸ਼ਾਇਦ ਉਸ ਫਿਰ ਇਹ ਕਹਿਣਾ ਨਾ ਬੜਾ ਕਠਿਨ ਹੁੰਦਾ ਹੈ ਮੈਨੂੰ ਇਹ ਲੱਗਦਾ ਕਿ ਜੋ ਵੀ ਫਿਲਮ ਦਾ ਜੋ ਵੀ ਮੈਰਿਟ ਹੁੰਦਾ ਹੈ ਜੀ वो सब नाल हो जाता बट देन ऑफ कोर्स सम फिल्म्स लाइक आई रिमेंबर अ फिल्म कॉल्ड एंड यू विल ऑल एग्री विद मी एक राज संतोषी जी की फिल्म जी है मेरी एक फ्रेंड है प्रीति सिन्हा उन्होंने फादर साहब ने प्रोड्यूस की थी there was Salman Khan साहब and Amir Khan साहब both legends it had Raveena Tandon ji it had Karishma Kapoor these were the 4 actors it was a fantastic film अपना की ना यार फिल्म दा अंदाज अपना अपना so it was fantastically entertaining it did not work at the box office at that time but today they say let's make the sequel in today's context it definitely came ahead of its time the intellect was little too much for the audiences the jokes were too much for the audiences that time वो डेविड धवन साहब का वो दौर था चल रही थी उनकी पिक्चरें आज भी उनकी पिक्चरें चलती हैं आज रोहित शेट्टी जी की भी पिक्चरें चलती हैं तो ऐसा कुछ नहीं है कि कॉमेडी अच्छी है या एक्शन अच्छा है सब कुछ अच्छा है जो भी एक मीनिंगफुल वे में बोला जाएगा जिसको ऑडियंस अभी कपिल शर्मा जी का जो शो है मैं बहुत देखता हूँ यूट्यूब पे जा जाके छोटे छोटे पोर्शन भी देखता हूँ मज़ा आता है यार बहुत मज़ा आता है और जहाँ तक कि आपका सवाल है कि कॉमेडी करना चाहूँगा कि नहीं एक शो था एकता कपूर जी का हुज योर डैडी अगेन मेक बिलीव शो है बट उसके लिए एक फिल्म फेयर नॉमिनेशन मिला था यू कैन चेक इन बेस्ट एक्टर इन कॉमेडी में ही था आई डिड नॉट गेट द अवार्ड रघुवीर यादव जी जो कि एक बहुत ही सक्षम और कमाल के एक्टर हैं कंप्लीट एक्टर मैं मानता हूँ उन्हें उनको उस साल उसका अवार्ड मिला था बट 4 नॉमिनेशन में एक थे तो इट वाज माय फर्स्ट अटेम्प्ट एट कॉमेडी मज़ा भी बहुत आया और लाउड कॉमेडी करनी थी जैसे कि ये बड़बोली टाइप करनी पड़ती है तो मुझे ऐसा लगता है कि किसी भी चीज़ से घबराना नहीं चाहिए वही पेंटल साहब भी समझाते थे क्लास में हमें एज टीचर और वहीं जब पहला कॉल आया था जयंत परांजिका की तेलुगु पिक्चर बना रहा हूँ यार मैं महेश बाबू को लॉन्च कर रहा हूँ जो आज द महेश बाबू बन गए हैं जूनियर एनटीआर जो अभी हाल ही में आपने ऑस्कर में देखा उनके साथ मैंने 5 फिल्में की हैं चरण जो उनके को स्टार हैं उनके साथ मैंने 2 फिल्में की हैं उनके फादर साहब जो चिरंजीवी जी हैं उनके साथ एक फिल्म करी है उनकी लास्ट फिल्म थी जब रिटायरमेंट से पहले जय चिरंजीवा उसका मेन एंटी था जब वो कम बैक किया उन्होंने उसके बाद मैंने उनके साथ काम नहीं किया है मास में नागार्जुना जी के साथ किया नागार्जुना जी के बेटे जो हैं उनके साथ भी काम किया तो गॉड इज़ बीन काइंड यार हर किसी एक्टर के साथ हर किसी जुबान में काम करने को मिला रजनीकांत जी जो कि हमारे लेजेंड माने जाते हैं अभी लोगों को कहते हैं यार लार्जर देन लाइफ एक्टिंग है चाहे वो लार्जर देन लाइफ हो सिगरेट पैक के हो कैसे भी हो उनके कलेक्शंस क्या हैं और मैं मानता हूँ कि 135 करोड़ की जब आबादी होती है ना ये ज़रूरी नहीं है कि एक इंटेलेक्चुअल टाइप को जो अच्छा लगे अगर मुझे 12th फेल अच्छी लग रही है क्योंकि वो फिल्म मेरे से बातें करती है या पाताल लोक मुझे अच्छा लग रहा है वो प्रोजेक्ट मेरे से बातें कर रहा है या कोहरा मुझे बहुत अच्छा लग रहा है क्योंकि मुझे लग रहा है यार क्रिएटिवली बहुत अच्छा है तो ज़रूरी नहीं है कि वही एक जनता को अच्छा लगे या ज़्यादा लोगों को अच्छा लगे जो जिसको अच्छा लगता है वो अच्छा है और वही अच्छा है क्योंकि इन दी एंड हम बनाते हैं एक ओवरऑल एंटरटेनमेंट के लिए एक और ये बिजनेस ऑफ सिनेमा है जिसमें आप लोग भी अगर जैसे सपोज अगर मैं आपकी बात करूँ आप कवर कर रहे हैं ठीक है आई एम श्योर ईच वन ऑफ योर सैलरीज या जो भी एक अरेंजमेंट होगा जो कि फाइनेंस से रिलेटेड होगा विच मीन्स व्हाट इट इज़ अ कमर्शियल अरेंजमेंट विच मीन्स कि रेवेन्यू जनरेशन हो कोई भी एक स्ट्रक्चर हो इवेंचुअली वी आर ऑल इन अ बिजनेस तो हम यही उम्मीद है कि बिजनेस अच्छा होना ही चाहिए एआई टेक्नोलॉजी जिस तरीके से आ रही है और सिनेमा पे वो किस टाइप कितना इम्पैक्ट करेगी क्योंकि दूसरे मैं नहीं कह सकता मैं इसमें एक्सपर्ट नहीं हूं हम यहाँ वार्निंग 2 के बारे में बात कर बिल्कुल या वार्निंग 2 के बारे में सर लास्ट वार्निंग 2 में मैसेज दे दीजिए ऑडियंस को यार मेरी यही गुजारिश है जो भी लोग इस इंटरव्यू को देख रहे हैं उन सबसे कि यार ये गुजारिश ये रिक्वेस्ट कर सकता है मैं हाथ जोड़ के कि भाई वार्निंग 2 ਨੂੰ ਵੀ ਉਨਾ ਹੀ ਪਿਆਰ ਦਿਓ ਜਿੰਨਾ ਵਾर्निंग 1 ਨੂੰ ਦਿੱਤਾ ਸੀ ਤੇ ਉਹਨੂੰ ਸਰਾਓ ਸਿਨੇਮਾ ਹਾਲ 'ਚ ਜਾ ਕੇ ਦੇਖੋ 2 ਫਰਵਰੀ ਨੂੰ ਅਸੀਂ ਆ ਰਹੇ ਹਾਂ ठीक है जी थैंक यू सो मच ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ ਰੱਬ ਰਾਖਾ।